ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੱਲ ਕਰਾਂਗੇ ਆਸਾ ਦੀ ਵਾਰ ਵਿੱਚ ਸ਼ਲੋਕ ਮਹੱਲਾ ਪਹਿਲਾ। ਗੁਰੂ ਨਾਨਕ ਦੇਵ ਜੀ ਦੀ ਰਚਨਾ। ਨਾਨਕ ਮੇਰੇ ਸਰੀਰ ਕਾ ਇੱਕ ਰਥ ਵਾਹੋ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਹਨ 84 ਲੱਖ ਜੂਨਾਂ ਵਿੱਚੋਂ ਸ਼੍ਰੋਮਣੀ ਮਨੁੱਖਾ ਸਰੀਰ ਦਾ ਇੱਕ ਰਥ ਹੈ ਤੇ ਇੱਕ ਹੀ ਰਥਵਾਹੀ ਹੈ। ਭਾਵ ਇੱਕ ਹੀ ਸਰੀਰ ਹੈ ਤੇ ਇੱਕ ਹੀ ਉਹਨੂੰ ਚਲਾਉਣ ਵਾਲਾ ਹੈ। ਇਹ ਜ਼ਿੰਦਗੀ ਦਾ ਇੱਕ ਲੰਬਾ ਸਫ਼ਰ ਹੈ। ਮਨੁੱਖ ਮੁਸਾਫਿਰ ਹੈ। ਇਸ ਲੰਮੇ ਸਫ਼ਰ ਨੂੰ ਸੌਖੇ ਤਰੀਕੇ ਨਾਲ ਤੈਅ ਕਰਨ ਵਾਸਤੇ ਜੀਵ ਸਮੇਂ ਦੇ ਪ੍ਰਭਾਵ ਵਿੱਚ ਆਪਣੀ ਮੱਤ ਅਨੁਸਾਰ ਕਿਸੇ ਨਾ ਕਿਸੇ ਦੀ ਅਗਵਾਈ ਵਿੱਚ ਤੁਰ ਰਿਹਾ ਹੈ। ਕਿਸੇ ਨਾ ਕਿਸੇ ਦਾ ਆਸਰਾ ਤੱਕ ਰਿਹਾ ਹੈ। ਪਰ ਜਿਉਂ-ਜਿਉਂ ਸਮਾਂ ਗੁਜ਼ਰਦਾ ਜਾ ਰਿਹਾ ਹੈ, ਜੀਵਾਂ ਦਾ ਸੁਭਾਅ ਬਦਲ ਰਿਹਾ ਹੈ। ਇਸ ਵਾਸਤੇ ਜੀਵਾਂ ਦਾ ਆਪਣੀ ਜ਼ਿੰਦਗੀ ਦਾ ਨਿਸ਼ਾਨਾ, ਜ਼ਿੰਦਗੀ ਦਾ ਮਨੋਰਥ ਵੀ ਬਦਲ ਰਿਹਾ ਹੈ। ਭਾਵ ਕਿ ਜੀਵ ਨਾਮ ਤੋਂ ਸੱਖਣੇ ਹੋ ਰਹੇ ਨੇ। ਆਪਣੇ ਜੀਵਨ ਵਿੱਚ, ਆਪਣੇ ਕੰਮਾਂ ਕਾਰਾਂ ਵਿੱਚ ਇੰਨੇ ਵਿਅਸਤ ਨੇ ਕਿ ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਹਨੇ ਇਸ ਧਰਤੀ 'ਤੇ ਉਹਨਾਂ ਨੂੰ ਭੇਜਿਆ ਹੈ, ਉਹਨੂੰ ਚੇਤਾ ਹੀ ਕਰਨਾ ਉਹਨੂੰ ਯਾਦ ਹੀ ਕਰਨਾ ਭੁੱਲ ਜਾਂਦੇ ਨੇ। ਜੁਗ ਜੁਗ ਫੇਰ ਵਟਾਇਆ ਗਿਆਨੀ ਬੁੱਝੈ ਤਾਏ। ਹਰੇਕ ਯੁੱਗ ਵਿੱਚ ਇਹ ਰਥ ਤੇ ਰਥਵਾਹੀ ਮੁੜ ਮੁੜ ਬਦਲਦੇ ਰਹਿੰਦੇ ਹਨ। ਇਸ ਭੇਦ ਨੂੰ ਸਿਆਣੇ ਮਨੁੱਖ, ਜਾਂ ਕਹਿ ਲਓ ਕਿ ਜੋ ਪ੍ਰਮਾਤਮਾ ਨਾਲ ਜੁੜੇ ਹੋਏ ਹਨ, ਉਹੀ ਮਨੁੱਖ ਸਮਝ ਸਕਦੇ ਹਨ ਕਿ ਹਰ ਯੁੱਗ ਵਿੱਚ ਰਥ ਤੇ ਰਥਵਾਹੀ ਦੋਵੇਂ ਹੀ ਬਦਲ ਜਾਂਦੇ ਹਨ। ਹਰ ਯੁੱਗ ਮਗਰੋਂ ਉਹ ਬਦਲ ਜਾਂਦੇ ਹਨ। ਰੱਬੀ ਗਿਆਤ ਵਾਲੇ ਇਸ ਨੂੰ ਸਮਝ ਜਾਂਦੇ ਹਨ। ਸਤਯੁਗ ਰਥ ਸੰਤੋਖ ਕਾ, ਧਰਮ ਅੱਗੇ ਰਥਵਾਹੋ। ਆਪਾਂ ਜਿਵੇਂ ਮੇਰੀ ਪਹਿਲੀ ਵੀਡੀਓ ਵਿੱਚ ਗੱਲ ਕੀਤੀ ਸੀ ਕਿ ਕਲਯੁਗ ਰਥ ਅਗਨ ਕਾ। ਕਲਯੁਗ ਜਿਹੜਾ ਹੈ ਉਹ ਕੂੜ, ਕਪਟ, ਝੂਠ, ਲੋਭ, ਵਿਕਾਰ, ਇਹਨਾਂ ਕਲਯੁਗ ਦੇ ਵਿੱਚ ਇਹ ਸਭ ਕੁਛ ਵਾਪਰ ਰਿਹਾ ਹੈ। ਹੁਣ ਆਪਾਂ ਗੱਲ ਕਰਦੇ ਹਾਂ, ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਸਤਯੁਗ ਰਥ ਅਗਨ ਸੰਤੋਖ ਕਾ, ਧਰਮ ਅੱਗੇ ਰਥਵਾਹੋ। ਜਿਹੜਾ ਸਤਯੁਗ ਸੀ, ਸਤਯੁਗ ਵਿੱਚ ਮਨੁੱਖਾ ਸਰੀਰ ਦਾ ਰਥ ਸੰਤੋਖ ਸੀ। ਸੰਤੋਖ ਹੁੰਦਾ ਹੈ ਤੇ ਰਥਵਾਹੀ ਧਰਮ ਸੀ। ਉਸ ਟਾਈਮ ਤੇ ਧਰਮ ਦੀ ਜਿਹੜੀ ਜਿੱਤ ਹੁੰਦੀ ਸੀ, ਧਰਮ ਜਿਹੜਾ ਸੀ ਉਹ ਜ਼ਿਆਦਾ ਲੋਕੀ ਪ੍ਰਭਾਵਿਤ ਸਨ ਉਸ ਤੋਂ। ਭਾਵ ਜਦੋਂ ਮਨੁੱਖਾਂ ਦਾ ਆਮ ਤੌਰ ਤੇ ਜ਼ਿੰਦਗੀ ਦਾ ਨਿਸ਼ਾਨਾ ਧਰਮ ਹੋਵੇ, ਧਰਮ ਜੀਵਨ ਮਨੋਰਥ ਹੋਣ ਕਰਕੇ ਸੁੱਤੇ ਹੀ ਸੰਤੋਖ ਉਹਨਾਂ ਦੀ ਸਵਾਰੀ ਹੁੰਦਾ ਹੈ। ਜਿਹੜੇ ਧਰਮੀ ਮਨੁੱਖ ਹੁੰਦੇ ਹਨ, ਕੁਦਰਤੀ ਹੀ ਸੰਤੋਖ ਜਿਹੜਾ ਹੈ ਉਹ ਉਹਨਾਂ ਦਾ ਸਵਾਰੀ ਹੁੰਦਾ ਹੈ। ਉਹਨਾਂ ਦੀ ਸੰਤੋਖ ਵਾਲਾ ਸੁਭਾਅ ਜੀਵਾਂ ਦੇ ਅੰਦਰ ਪ੍ਰਬਲ ਹੁੰਦਾ ਹੈ। ਜਿਵੇਂ ਜਿਵੇਂ ਆਪਾਂ ਪਰਮਾਤਮਾ ਨਾਲ ਜੁੜਦੇ ਜਾਂਦੇ ਹਾਂ, ਜਿਵੇਂ ਜਿਵੇਂ ਉਹਦਾ ਨਾਮ ਲੈਂਦੇ ਜਾਂਦੇ ਹਾਂ, ਆਪਣਾ ਜਿਹੜਾ ਸੁਭਾਅ ਹੈ ਉਹ ਸੰਤੋਖ ਵਾਲਾ ਬਣਦਾ ਚਲਾ ਜਾਂਦਾ ਹੈ। ਇਹ ਜੀਵ ਮਾਨੋ ਸਤਯੁਗੀ ਹਨ। ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਯੁੱਗ ਜਿਹੜੇ ਹਨ ਉਹ ਆਪਣੇ ਅੰਦਰ ਹੀ ਹਨ। ਆਪਾਂ ਜਿਹੋ ਜਿਹਾ ਜੀਵਨ ਬਤੀਤ ਕਰਦੇ ਹਾਂ, ਉਸੇ ਯੁੱਗ ਵਿੱਚ ਆਪਾਂ ਜੀ ਰਹੇ ਹਾਂ। ਜੇ ਆਪਾਂ ਧਰਮੀ ਹਾਂ ਤਾਂ ਆਪਾਂ, ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਹਨ ਕਿ ਆਪਾਂ ਸਤਯੁਗੀ ਜੀਵ ਹਾਂ। ਤ੍ਰੈਤੇ ਰਥ ਜਤੇ ਕਾ, ਜੋਰ ਅੱਗੇ ਰਥਵਾਹੋ। ਇਸ ਤੋਂ ਅੱਗੇ ਆ ਗਿਆ ਤ੍ਰੇਤਾ, ਤੀਜਾ ਰਥ। ਤ੍ਰੇਤੇ ਯੁੱਗ ਵਿੱਚ ਮਨੁੱਖਾ ਸਰੀਰ ਦਾ ਰਥ ਜਤ ਹੈ ਤੇ ਇਸ ਜਤ ਰੂਪ ਰਥ ਦੇ ਅੱਗੇ ਰਥਵਾਹੀ ਜੋਰ ਹੈ। ਭਾਵ ਜਦੋਂ ਮਨੁੱਖ ਦਾ ਜ਼ਿੰਦਗੀ ਦਾ ਨਿਸ਼ਾਨਾ ਸੂਰਮਤਾ ਹੋਵੇ, ਤਦੋਂ ਸੁੱਤੇ ਹੀ ਜਤ ਉਹਨਾਂ ਦੀ ਸਵਾਰੀ ਹੁੰਦਾ ਹੈ। ਉਸ ਟਾਈਮ ਤੇ ਸੂਰਮੇ ਜਿਹੜੇ ਨੇ, ਤ੍ਰੇਤੇ ਵਿੱਚ ਇਹੋ ਜਿਹੇ ਸੂਰਮਿਆਂ ਨੇ ਜਨਮ ਲਿਆ ਹੈ। ਉਹਨਾਂ ਦੀ ਜਿਹੜਾ ਜਤ ਸੀ, ਉਹਨਾਂ ਦੇ ਵਿੱਚ ਜਜ਼ਬਾ ਸੀ ਜਿਹੜਾ ਉਸ ਟਾਈਮ ਜਤ ਸੀ।
ਮਨੁੱਖਾਂ ਦੇ ਅੰਦਰ ਜਤੀ ਰਹਿਣ ਵਾਲਾ ਬਲਵਾਨ ਸਭ ਤੋਂ ਵਧੇਕ ਪ੍ਰਬਲ ਹੁੰਦਾ ਹੈ। ਚਾਂਦੀ ਦੇ ਯੁੱਗ ਅੰਦਰ ਪਰਹੇਜ਼ਗਾਰੀ ਦੀ ਗੱਡੀ ਹੈ ਅਤੇ ਤਾਕਤ ਮੂਹਰੇ ਡਰਾਈਵਰ ਹੈ। ਦੁਆਪਰ ਰਥ ਤਪੈ ਕਾ ਸਤ ਅੱਗੇ ਰਥ ਵਾਹੋ। ਇਸ ਤੋਂ ਬਾਅਦ ਆ ਗਿਆ ਦੁਆਪਰ ਰਥ। ਦੁਆਪਰ ਯੁੱਗ ਵਿੱਚ ਮਨੁੱਖਾ ਸਰੀਰ ਦਾ ਰਥ ਤਪ ਹੈ। ਤਪ ਯਾਨੀ ਤਪੱਸਿਆ ਕਰਨਾ। ਜਿਵੇਂ ਸਾਧੂ ਸੰਤ ਜੰਗਲਾਂ ਵਿੱਚ ਜਾ ਜਾ ਕੇ ਤਪੱਸਿਆ ਕਰਦੇ ਹੁੰਦੇ ਸੀ। ਇਸ ਤਪ ਰੂਪ ਰਥ ਦੇ ਅੱਗੇ ਰਥਵਾਹੀ ਸੱਤ ਹੈ, ਸੱਚ ਹੈ, ਸੱਤ ਹੈ, ਸੱਚ ਹੈ। ਭਾਵ ਜਦੋਂ ਮਨੁੱਖਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਉੱਚੇ ਆਚਰਣ ਵਾਲਾ ਹੁੰਦਾ ਹੈ, ਤਦੋਂ ਸੁੱਤੇ ਹੀ ਤਪ ਉਹਨਾਂ ਦੀ ਸਵਾਰੀ ਹੁੰਦਾ ਹੈ। ਉੱਚੇ ਆਚਰਣ ਦੇ ਆਸ਼ਕ ਆਪਣੇ ਸਰੀਰ ਦੀਆਂ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਬਚਾਉਣ ਦੀ ਖਾਤਰ ਕਈ ਤਰ੍ਹਾਂ ਦੇ ਤਪ ਕਸ਼ਟ ਝੇਲਦੇ ਹਨ। ਜੰਗਲਾਂ ਵਿੱਚ ਜਾ ਕੇ ਪੁੱਠੇ ਸਿੱਧੇ ਲਟਕ ਕੇ ਤਪ ਕਰਦੇ ਹਨ। ਪਿੱਤਲ ਦੇ ਯੁੱਗ ਅੰਦਰ ਤਪੱਸਿਆ ਗੱਡੀ ਹੈ ਅਤੇ ਸੱਚ ਮੂਹਰੇ ਗਾੜੀਵਾਨ ਹੈ। ਹੁਣ ਇਸ ਤੋਂ ਬਾਅਦ ਆ ਗਿਆ ਜਿਸ ਯੁੱਗ ਦੀ ਆਪਾਂ ਗੱਲ ਕੀਤੀ ਹੈ, ਕਲਯੁੱਗ। ਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਕਲਯੁੱਗ ਰਥ ਅਗਨ ਕਾ, ਕੂੜ ਅਗੈ ਰਥ ਵਾਹੋ। ਉਹੀ ਗੱਲਾਂ ਜਿਹੜੀਆਂ ਆਪਾਂ ਕੀਤੀਆਂ ਸੀ ਵੀ ਕਲਯੁੱਗ ਦੇ ਵਿੱਚ ਕੂੜ, ਝੂਠ, ਵਿਕਾਰ, ਲੋਭ, ਮੋਹ, ਨਿੰਦਾ ਇਹ ਸਭ ਕੁਝ ਹੋਏਗਾ। ਕਲਯੁੱਗ ਵਿੱਚ ਮਨੁੱਖਾ ਸਰੀਰ ਦਾ ਰਥ ਤ੍ਰਿਸ਼ਨਾ ਹੈ। ਤ੍ਰਿਸ਼ਨਾ ਅੱਗ ਹੈ। ਇਸ ਅੱਗ ਰੂਪ ਰਥ ਦੇ ਅੱਗੇ ਰਥਵਾਹੀ ਕੂੜ ਹੈ, ਝੂਠ ਹੈ। ਹਰ ਗੱਲ ਤੇ ਝੂਠ, ਹਰ ਤੀਜੇ ਇਨਸਾਨ ਦੀ ਜ਼ੁਬਾਨ ਤੇ ਤੁਹਾਨੂੰ ਝੂਠ ਮਿਲੇਗਾ। ਇਸ ਕਲਯੁੱਗ ਵਿੱਚ ਤੁਸੀਂ ਕਿਸੇ ਤੇ ਵਿਸ਼ਵਾਸ ਨਹੀਂ ਕਰ ਸਕਦੇ। ਭਾਵ ਜਦੋਂ ਜੀਵਾਂ ਦੀ ਜ਼ਿੰਦਗੀ ਦਾ ਮਨੋਰਥ ਹੀ ਕੂੜ ਹੋਵੇ, ਝੂਠ ਬੋਲਣਾ ਹੋਵੇ, ਠੱਗੀ ਆਦਿਕ ਹੋਵੇ, ਤਦੋਂ ਸੁਤੇ ਹੀ ਤ੍ਰਿਸ਼ਨਾ ਰੂਪ ਅੱਗ ਉਹਨਾਂ ਦੀ ਸਵਾਰੀ ਹੁੰਦੀ ਹੈ। ਤ੍ਰਿਸ਼ਨਾ ਦੀ ਅੱਗ ਉਹਨਾਂ ਦੀ ਸਵਾਰੀ ਹੁੰਦੀ ਹੈ। ਉਹਨਾਂ ਦੇ ਅੰਦਰ ਇੱਕ ਤ੍ਰਿਸ਼ਨਾ ਭਟਕਦੀ ਰਹਿੰਦੀ, ਬਣਦੀ ਰਹਿੰਦੀ। ਕਿਸੇ ਵੀ ਚੀਜ਼ ਦੀ ਤ੍ਰਿਸ਼ਨਾ, ਕੁਛ ਵੀ ਪਾਉਣ ਦੀ ਤ੍ਰਿਸ਼ਨਾ, ਕੁਛ ਵੀ ਕਰਨ ਦੀ ਤ੍ਰਿਸ਼ਨਾ, ਚੰਗਾ ਮਾੜਾ ਮਤਲਬ ਉਹਨਾਂ ਦੇ ਅੰਦਰ ਰਹਿੰਦਾ ਹੈ। ਉਹ ਅੱਗ ਉਹਨਾਂ ਦੇ ਅੰਦਰ ਉਹਨਾਂ ਨੂੰ ਸਾੜਦੀ ਰਹਿੰਦੀ ਹੈ। ਕੂੜ ਠੱਗੀ ਤੋਂ ਵਿਕੇ ਹੋਏ ਮਨੁੱਖਾਂ ਦੇ ਅੰਦਰ ਤ੍ਰਿਸ਼ਨਾ ਅੱਗ ਭਟਕਦੀ ਰਹਿੰਦੀ ਹੈ। ਲੋਹੇ ਦੇ ਸਮੇਂ ਅੰਦਰ ਅੱਗ ਦਾ ਰਥ ਹੈ ਤੇ ਝੂਠ ਮੋਰੇ ਰਥਵਾਨ ਹੈ। ਇਹ ਸੀਗਾ ਯੁਗਾਂ ਦੇ ਬਾਰੇ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਲਿਖਿਆ ਹੈ। ਆਪਾਂ ਪਹਿਲਾਂ ਕਲਯੁੱਗ ਦੀ ਗੱਲ ਕੀਤੀ ਸੀ। ਹੁਣ ਮੈਂ ਤੁਹਾਨੂੰ ਇਹ ਜੋ ਗੁਰਬਾਣੀ ਵਿੱਚ ਯੁੱਗ ਦੱਸੇ ਗਏ ਹਨ ਉਹਨਾਂ ਬਾਰੇ ਗੱਲ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।